The following map show the developments done in Chorleywood. ठीक है, थले ਆਪਾਂ मैप 'ਚ देखते हैं ਕੀ ਆ एक विलेज आ Chorleywood showing development between 1868 and 1994 यानी कि 1868 ਤੋਂ ਲੈ ਕੇ 1994 ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਚੀਜ਼ ਆਪਾਂ ਦੇਖਣੀ ਹੋਵੇਗੀ। ਹੁਣ ਇੱਥੇ ਕੁਝ ਇੱਕ ਲੇਆਊਟ ਗਿਵਨ ਆ, ਠੀਕ ਆ, ਇੱਥੇ ਕੁਝ ਨਾ ਕੁਝ ਗਿਵਨ ਹੈ ਉਹਦੇ ਬਾਰੇ ਵੀ ਕੀ ਹੈ ਲੇਆਊਟ ਦੇ ਵਿੱਚ। ਹੁਣ ਆ ਬਲੈਕ ਜਿਹੜੀ ਲਾਈਨ ਹੈ ਆਹ ਵਾਲੀ ਲਾਈਨ ਇੱਕ ਵਾਲੀ ਇੱਕ ਆ ਲਾਈਨ ਇਹ ਆ ਮੇਨ ਰੋਡ, ਠੀਕ ਹੈ। ਪੈਰਲਲ ਲਾਈਨਸ ਜਿਹੜੀਆਂ ਅਨਸ਼ੇਡਡ ਪੈਰਲਲ ਲਾਈਨਸ ਆ ਵਾਲੀ, ਠੀਕ ਹੈ। ਇਹ ਮੋਟਰਵੇ ਹੈ ਜਿਹਨੂੰ ਆਪਾਂ ਹਾਈਵੇ ਕਹਿੰਦੇ ਨੇ ਇੰਡੀਆ 'ਚ ਮੋਟਰਵੇ ਆ 1970 ਦੇ ਵਿੱਚ ਬਣਿਆ ਹੈ, ਯਾਨੀ ਕਿ 1970 ਤੋਂ ਪਹਿਲਾਂ ਇਹ ਚੀਜ਼ ਹੈ ਨਹੀਂ ਸੀ ਇੱਥੇ। ਫਿਰ ਆ ਰਿਹਾ ਰੇਲਵੇ ਲਾਈਨ यानी कि ਜਿਹੜੀ ਪੈਰਲਲ ਲਾਈਨਸ ਵਿਦ ਸ਼ੇਡਿੰਗ ਆ ਰੇਲਵੇ ਲਾਈਨਸ ਆ 1909 ਦੇ ਵਿੱਚ ਬਣੀਆਂ ਤੇ ਇੱਥੇ ਸਟੇਸ਼ਨ ਬਣਿਆ। ਹੁਣ ਇੱਥੇ ਜਿਹੜਾ ਵਰਡਿੰਗ ਲਿਖੀ ਹੋਈ ਆ ਲਿਖਿਆ ਹੈ Chorleywood ਸਟੇਸ਼ਨ, ਠੀਕ ਹੈ। ਇੱਥੇ ਸਟੇਸ਼ਨ ਹੈ ਇਹਦਾ। ਇਹ ਰੂਟਸ ਬਾਰੇ ਕਲੀਅਰ ਹੋ ਗਿਆ। ਹੁਣ ਆ ਪੋਪੂਲੇਸ਼ਨ ਬਾਰੇ ਆ, ਠੀਕ ਹੈ, ਵੀ ਕਿੱਥੇ ਕਿੱਥੇ ਲੋਕੀ ਰਹਿ ਰਹੇ ਹੋ। 1868 ਤੋਂ ਲੈ ਕੇ 83 ਤੱਕ ਸਿਰਫ ਇੱਥੇ ਲੋਕੀ ਰਹਿੰਦੇ ਸੀ ਆ ਵਾਈਟ ਸ਼ੇਡਡ ਪੋਰਸ਼ਨ ਦੇ ਵਿੱਚ, ਠੀਕ ਹੈ। ਜਦੋਂ 1909 ਦੇ ਵਿੱਚ ਰੇਲਵੇ ਸਟੇਸ਼ਨ ਬਣ ਗਿਆ 1883 ਤੋਂ ਲੈ ਕੇ 1922 ਤੱਕ ਫਿਰ ਲੋਕੀ ਇਹਦੇ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਰਹਿਣਾ ਸਟਾਰਟ ਹੋ ਗਏ। ਓਕੇ, ਇੱਥੇ ਪੋਪੂਲੇਸ਼ਨ ਵਧਣ ਤੋਂ ਬਾਅਦ 1922 ਤੋਂ ਲੈ ਕੇ 1970 ਤੱਕ ਇੱਥੇ ਐਕਸਪੈਂਡ ਹੁੰਦੀ ਗਈ, ਯਾਨੀ ਕਿ 1922 ਤੋਂ ਲੈ ਕੇ 1970 ਤੱਕ ਇੱਥੇ ਐਕਸਪੈਂਡ ਹੁੰਦੀ ਗਈ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨ ਦੇ ਆਸੇ-ਪਾਸੇ ਹੀ। ਇੱਧਰ ਰੇਲਵੇ ਲਾਈਨ ਦੇ ਇੱਧਰ ਰੇਲਵੇ ਲਾਈਨ ਦੇ ਐਕਸਪੈਂਡ ਹੁੰਦੀ ਗਈ ਪੋਪੂਲੇਸ਼ਨ। ਬਟ ਜਦੋਂ 1970 ਦੇ ਵਿੱਚ ਮੋਟਰਵੇ ਬਣ ਗਿਆ ਇੱਥੇ, ਆ ਮੋਟਰਵੇ 1970 ਦੇ ਵਿੱਚ ਬਣੀ ਇੱਥੇ। ਸੋ ਉਸ ਤੋਂ ਬਾਅਦ ਜਿਹੜੀ ਪੋਪੂਲੇਸ਼ਨ ਹੈ ਇੱਥੇ ਬਣਨੀ ਸਟਾਰਟ ਹੋ ਗਈ। ਆ ਮੋਟਰਵੇ ਦੇ ਆਸੇ-ਪਾਸੇ ਜਿਹੜੇ ਪੋਪੂਲੇਸ਼ਨ ਬਣੀ ਸਟਾਰਟ ਹੋ ਗਈ, ਠੀਕ ਹੈ। ਇਹਦਾ ਫਿਰ ਰਫ ਸਕੈਚ ਆਪਾਂ ਬਣਾ ਕੇ ਦੇਖ ਲੈਂਦੇ ਹਾਂ ਖੁਦ। ਠੀਕ ਹੈ, ਸਟਾਰਟਿੰਗ ਦੇ ਵਿੱਚ ਇੰਨਾ ਕੁ ਇੱਥੋਂ ਸੀਗਾ ਵਿਲੇਜ। ਇਹ ਪ੍ਰੋਸੈਸ ਆ, ਪ੍ਰੋਸੈਸ ਦੇ ਨਾਲ ਨਾਲ ਜਿਹੜਾ ਮੈਪ ਡਿਸਕ੍ਰਾਈਬ ਕਰਦੇ ਪਏ, ਯਾਨੀ ਕਿ 1868 ਤੋਂ ਲੈ ਕੇ 83 ਤੱਕ ਇਦਾਂ ਦਾ ਦਿਖਦਾ ਸੀ ਵਿਲੇਜ। ਆ ਕਿੰਨੋਂ ਤੱਕ ਵਿਲੇਜ ਰੀਜਨ ਕਿੰਨਾ ਹੋ ਗਿਆ 1868 ਤੋਂ ਲੈ ਕੇ 83 ਤੱਕ, ਯਾਨੀ ਕਿ ਇਦਾਂ ਦਾ ਸੀਗਾ ਵਿਲੇਜ। ਉਸ ਤੋਂ ਬਾਅਦ ਸਟਾਰਟ ਕੀ ਹੋਇਆ 1909 ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਬਣਿਆ ਤੇ ਰੇਲਵੇ ਲਾਈਨ ਬਣੀ। ਫਿਰ ਇੱਥੇ ਜਿਹੜੀ ਪੋਪੂਲੇਸ਼ਨ ਆ ਉਹ 83 ਤੋਂ ਲੈ ਕੇ 1922 ਤੱਕ ਇਦਾਂ ਰਹੀ। ठीक है, ਹੁਣ ਆ ਗਈ ਰੇਲਵੇ ਲਾਈਨ। ਇੱਥੇ ਇੱਕ ਬਣ ਗਿਆ ਸਟੇਸ਼ਨ। ਇਹ ਕਦੋਂ ਬਣਿਆ 1909 ਦੇ ਵਿੱਚ। ਫਿਰ ਉਸ ਤੋਂ ਬਾਅਦ ਕੀ ਹੋਇਆ ਪੋਪੂਲੇਸ਼ਨ ਜਿਹੜੀ ਇੱਥੇ ਰਹਿਣੀ ਸਟਾਰਟ ਕਰ ਦਿੱਤੀ। ਇੱਥੇ ਜਿਹੜੀ ਹੈ ਪੋਪੂਲੇਸ਼ਨ ਰਹਿਣੀ ਲੋਕਾਂ ਨੇ ਸਟਾਰਟ ਕਰ ਦਿੱਤਾ ਇੱਥੇ, ਯਾਨੀ ਕਿ ਜਿਹੜਾ ਰੈੱਡ ਪੋਰਸ਼ਨ ਹੋ ਗਿਆ ਫਿਰ ਉਸ ਤੋਂ ਬਾਅਦ 83 ਤੋਂ 1992
ਆ ਆ ਪ੍ਰੋਸੈਸ ਹੋਇਆ, ਸਟੇਸ਼ਨ ਬਣ ਗਿਆ ਇੱਥੇ 1909 ਤੋਂ ਬਾਅਦ 1909 ਤੋਂ ਬਾਅਦ ਫਿਰ ਹੋਰ ਪਾਪੂਲੇਸ਼ਨ ਐਕਸਪੈਂਡ ਹੋਣੀ ਸਟਾਰਟ ਹੋ ਗਈ। ਰੇਲਵੇ ਸਟੇਸ਼ਨ ਦੇ ਆਸੇ ਪਾਸੇ ਹੀ ਜਿਹੜੀ ਐਕਸਪੈਂਡ ਹੋਈ ਜਿਹੜੀ ਹੋਰ ਪਾਪੂਲੇਸ਼ਨ ਸਟਾਰਟ ਹੋਈ ਇਧਰਲੀ ਸਾਈਡ ਵੀ ਇਧਰਲੀ ਸਾਈਡ। तो उस तो बाद पॉपुलेशन एक्सपेंशन 1922 को लेके तक इन्ना का रीजन बन गया। 1970 ਦੇ ਵਿੱਚ ਠੀਕ ਹੈ 1970 ਦੇ ਵਿੱਚ ਮੋਟਰਵੇ ਬਣ ਗਿਆ। ਮੋਟਰਵੇ ਕਿਹੜਾ ਆ ਵਾਲਾ। ਉਸ ਤੋਂ ਬਾਅਦ ਪੋਪੂਲੇਸ਼ਨ ਜਿਹੜੀ ਹੈ ਇੱਥੇ ਰਹਿਣੀ ਸਟਾਰਟ ਹੋ ਗਈ। इथों आला मोटरवे बन गया। अब मोटरवे बन गया 1970 ਦੇ ਵਿੱਚ ਤੇ ਪੋਪੂਲੇਸ਼ਨ ਫਿਰ मोटरवे ਦੇ ਆਸੇ-ਪਾਸੇ ਹੀ ਜਿਹੜੀ ਸਾਰੀ ਐਸਟੈਬਲਿਸ਼ ਹੋ ਗਈ। ਇੱਥੇ ਹੋ ਗਈ, ਇੱਧਰ ਆਲਰੇਡੀ ਹੈਗੀ ਸੀ, ਇੱਥੇ ਹੋ ਗਈ ਐਸਟੈਬਲਿਸ਼, ਇੱਧਰ ਹੋ ਗਈ, ਠੀਕ ਹੈ ਇੱਥੇ ਹੋ ਗਈ। ਉਸ ਤੋਂ ਬਾਅਦ ਜਿਹੜੇ ਆ ਦੋ ਟਾਊਨਸ ਜਿਹੜੇ ਉੱਪਰ ਵੀ ਬਣ ਗਏ ਛੋਟੇ-ਛੋਟੇ। ਇੱਥੇ ਪੋਪੂਲੇਸ਼ਨ ਰਹਿਣੀ ਸਟਾਰਟ ਹੋ ਗਈ, ਇੱਥੇ ਪੋਪੂਲੇਸ਼ਨ ਰਹਿਣੀ ਸਟਾਰਟ ਹੋ ਗਈ। ਯਾਨੀ ਕਿ ਜਿਹੜਾ ਮੈਪ ਵੀ ਆ ਉਹ ਵੀ ਪ੍ਰੋਸੈਸ ਵਾਈਜ਼ ਚੱਲਦਾ ਸਭ। नाइनटीन 70 ਦੇ ਵਿੱਚ ਮੋਟਰਵੇ ਬਣਿਆ, ਠੀਕ ਹੈ। ਮੋਟਰਵੇ ਬਣਨ ਦੇ ਕਰਕੇ ਜਿਹੜੀ ਹੈ ਪੋਪੂਲੇਸ਼ਨ ਜਿਹੜੀ ਐਕਸਪੈਂਸ਼ਨ ਉੱਥੇ ਹੋ ਗਈ। ਇਹ ਚੀਜ਼ ਸਮਝ ਲੱਗੀ ਟਾਸਕ ਸਾਰਿਆਂ ਨੂੰ। ਹੁਣ ਇਹਦੇ ਵਿੱਚ ਜਿਹੜੀ ਚੀਜ਼ ਹੈ ਇੱਕ ਇੱਥੇ ਗਿਵਨ ਇੱਕ ਸਟੇਸ਼ਨ ਬਣਿਆ ਹੋਇਆ ਤੇ ਇੱਕ ਸੈਂਟਰ ਦੇ ਵਿੱਚ ਗਿਵਨ ਆ ਪਾਰਕ ਐਂਡ ਗੋਲਫ ਕੋਰਸ। ਪਾਰਕ ਤੇ ਗੋਲਫ ਕੋਰਸ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਗਿਵਨ, ਜੋ ਇਹਨੂੰ ਆਪਾਂ ਇਦਾਂ ਹੀ ਲਿਖ ਦੇਣਾ ਕਿਤੇ ਵੀ, ਠੀਕ ਹੈ। ਆਪਾਂ ਨੂੰ ਮੰਨ ਕੇ ਚੱਲਦੇ ਹਾਂ ਵੀ ਸਟਾਰਟਿੰਗ ਦੇ ਵਿੱਚ ਇਹ ਚੀਜ਼ ਜਿਹੜੀ ਹੈ ਡਿਵੈਲਪ ਹੋਈ ਸੀ। ਓਕੇ, ਹੁਣ ਜਦੋਂ ਆਪਾਂ ਲਿਖਣਾ ਆ ਉਹਨੂੰ ਕਿਸ ਤਰੀਕੇ ਨਾਲ ਲਿਖਾਂਗੇ ਆਪਾਂ ਪ੍ਰੋਸੈਸ ਵਾਈਜ਼ ਲਿਖਣਾ, ਜਿੱਦਾਂ ਆਪਾਂ ਪ੍ਰੋਸੈਸ ਐਕਸਪਲੇਨ ਕੀਤਾ ਸਾਰਾ। ਆ ਪ੍ਰੋਸੈਸ ਐਕਸਪਲੇਨ ਕੀਤਾ। ਬਲੈਕ ਦੇ ਵਿੱਚ ਸਭ ਤੋਂ ਪਹਿਲਾਂ ਸੀਗਾ ਬਲੈਕ ਵਾਲੀਆਂ ਇੱਕ ਮੇਨ ਰੋਡ ਸੀਗੀਆਂ ਦੋ, ਇੱਕ ਛੋਟੀ ਜਿਹੀ ਪੋਪੂਲੇਸ਼ਨ ਸੀਗਾ, ਵਿਲੇਜ ਸੀਗਾ। ਉਸ ਤੋਂ ਬਾਅਦ ਰੈੱਡ ਦੇ ਵਿੱਚ ਕੀ ਆ ਗਿਆ, ਇੱਥੇ ਇੱਕ ਸਟੇਸ਼ਨ ਬਣ ਗਿਆ, ਰੇਲਵੇ ਲਾਈਨ ਪੈ ਗਈ ਤੇ ਇਹਦੇ ਆਸੇ-ਪਾਸੇ ਸਟੇਸ਼ਨ ਦੇ ਆਸੇ-ਪਾਸੇ ਲੋਕਾਂ ਨੇ ਰਹਿਣਾ ਸਟਾਰਟ ਕਰ ਦਿੱਤਾ। ਫਿਰ ਹੋਰ ਜ਼ਿਆਦਾ ਪੋਪੂਲੇਸ਼ਨ ਵਧੀ ਤੇ ਹੋਰ ਜ਼ਿਆਦਾ ਸਟੇਸ਼ਨ ਦੇ ਆਸੇ-ਪਾਸੇ ਜਿਹੜੀ ਆਬਾਦੀ ਵੱਧ ਗਈ, ਲਾਈਨਾਂ ਦੇ ਆਸੇ-ਪਾਸੇ ਆਬਾਦੀ ਵੱਧ ਗਈ। 1970 ਵਿੱਚ ਗਵਰਨਮੈਂਟ ਨੇ ਇੱਧਰੋਂ ਮੋਟਰਵੇ ਪਾਸ ਕਰਤਾ, ਯਾਨੀ ਕਿ ਇੱਥੇ ਹਾਈਵੇ ਪਾਸ ਕਰਤਾ ਤੇ ਫਿਰ ਲੋਕਾਂ ਨੇ ਕੀ ਕੀਤਾ, ਹਾਈਵੇ ਦੇ ਆਸੇ-ਪਾਸੇ ਰਹਿਣਾ ਸਟਾਰਟ ਕਰ ਦਿੱਤਾ। ਯਾਨੀ ਕਿ ਜਿਹੜੀ ਨਵੀਂ ਪੋਪੂਲੇਸ਼ਨ ਹੈ ਹੁਣ ਉਹਨਾਂ ਨੇ ਆਪਣੇ ਘਰ ਕਿੱਥੇ ਹਾਈਵੇ ਦੇ ਆਸੇ-ਪਾਸੇ ਬਣਾਏ, ਉੱਥੇ ਪੋਪੂਲੇਸ਼ਨ ਜ਼ਿਆਦਾ ਐਕਸਪੈਂਡ ਹੋਏਗੀ, ਠੀਕ ਆ। ਇਹ ਸਾਰਾ ਚੀਜ਼ ਤੋਂ ਪ੍ਰੋਸੈਸ ਸੀਗਾ। ਹੁਣ ਇਹਨੂੰ ਲਿਖਣਾ ਵੀ ਇਸੇ ਤਰੀਕੇ ਦੇ ਨਾਲ ਹੀ ਆ। ਸਭ ਤੋਂ ਪਹਿਲਾਂ ਹੋਊਗੀ ਇੰਟਰੋ, ਇੰਟਰੋ ਦੇ ਵਿੱਚ ਸਿੰਪਲੀ ਲਿਖਾਂਗੇ ਆਪਾਂ ਵੀ ਇੱਕ ਲੇਆਊਟ ਆ ਜਿਹੜਾ ਡਿਵੈਲਪਮੈਂਟ ਪ੍ਰੋਜੈਕਟਸ ਜਿਹੜੇ ਆ ਹੋਏ ਆ ਇਨ ਵਿਲੇਜ ਦੇ ਵਿੱਚ, ਠੀਕ ਹੈ। ਉਸ ਵਿਲੇਜ ਦੇ ਵਿੱਚ ਬਿਟਵੀਨ 1868 ਐਂਡ 1994 ਤੱਕ ਜਿੰਨੇ ਵੀ ਹੋਏ ਆ। ਹੁਣ ਇਹਦੇ ਵਿੱਚ ਕੀ ਹੋਣਾ ਸੀਗਾ, ਡਾਟਾ ਕੋਈ ਨਹੀਂ ਡਿਸਕਲੋਜ਼ ਕਰਨਾ ਹੈ। ਆਪਣਾ ਟੌਪਿਕ ਲਿਖਤਾ, ਡਿਵੈਲਪਮੈਂਟ ਪ੍ਰੋਜੈਕਟ, ਨੇਮ ਆਫ ਦੀ ਪਲੇਸ ਲਿਖਤਾ, ਵਿਲੇਜ ਦਾ ਨਾਮ, ਟਾਈਮ ਲਿਖ ਦਿੱਤਾ ਤੇ ਕੀ ਚੀਜ਼ ਆ ਮੈਪ ਆ ਉਹ ਆਪਾਂ ਇੱਥੇ ਲਿਖਤਾ ਲੇਆਊਟ। ਸੋ ਇਹ ਚਾਰ ਚੀਜ਼ਾਂ ਇਹਦੇ ਵਿੱਚ ਆ ਗਈਆਂ। ਓਵਰਵਿਊ ਇਸ ਤੋਂ ਬਾਅਦ ਇਹਦਾ ਕੀ ਆ,
ओवरव्यू जड़ा भी न्यू रेलवे स्टेशन एंड मोटरवे, ठीक है। असिस्ट इन पॉपुलेशन एक्सपेंशन ऑफ विलेज, यानी कि जो नवा रेलवे स्टेशन बन गया तो मोटरवे बन गया, उन्हें की किया भी पॉपुलेशन एक्सपेंशन की विलेज की, ठीक है। ते मोस्टली पीपल आर लिविंग अराउंड स्टेशन एंड मोटरवे, ज़्यादातर लोग ਜਿਹੜੇ ਆ ਇਹਨਾਂ ਦੇ ਆਲੇ ਦੁਆਲੇ ਹੀ ਰਹਿ ਰਹੇ। ਹੁਣ ਬੋਡੀ ਪੈਰਾਗ੍ਰਾਫ 1 ਤੇ 2 ਜਿਹੜਾ ਤੁਸੀਂ ਸਾਰਾ ਐਜ਼ ਅ ਡਿਸਕ੍ਰਾਈਬ ਕਰਨਾ ਵਾ ਪ੍ਰੋਸੈਸ, ਠੀਕ ਆ, ਐਜ਼ ਅ ਪ੍ਰੋਸੈਸ ਡਿਸਕ੍ਰਾਈਬ ਕਰਨਾ ਹੈ ਕਿ ਪਹਿਲਾਂ ਕਿਹੜੀ ਡਿਵੈਲਪਮੈਂਟ ਹੋਈ। ਇੱਥੇ ਆਪਾਂ ਲਿਖਦੇ ਆ ਇਨੀਸ਼ੀਅਲ ਫੇਸ, ਠੀਕ ਹੈ। ਉਸ ਤੋਂ ਬਾਅਦ 1868 ਦਾ ਟੂ 1883 ਇਹਦਾ ਨਾਲ ਇਹਦੇ ਐਡ ਕਰ ਦਿੰਦੇ ਆ 1883 ਟੂ 1922। ਸੋ ਬੋਡੀ ਪੈਰਾਗ੍ਰਾਫ ਸੈਕੰਡ ਦੇ ਵਿੱਚ ਤੁਸੀਂ ਅਗਲੇ ਜਿਹੜੇ ਈਅਰਸ ਰਹਿੰਦੇ ਆ ਉਹ ਲਿਖ ਦਿਓਗੇ। ਜਿਹੜੇ ਈਅਰ ਆ 1922 ਟੂ 1970, ਇਸ ਦੇ ਨਾਲ ਹੀ 1970 ਟੂ 1994 ਇਹ ਚੀਜ਼ क्लियर हो गया सारे टास्क वन। ਜੇ ਕਿਸੇ ਨੂੰ ਕੋਈ ਡਾਊਟ ਹੈ ਤੇ ਪੁੱਛ ਲਓ। ਕੱਲ ਵਾਲਾ ਜਿਹੜਾ ਟਾਸਕ ਹੈ ਸਾਰਿਆਂ ਦੀ ਚੈੱਕ ਆ, ਬਟ ਕਈਆਂ ਨੇ ਉਹਦੇ ਵਿੱਚ ਕੀ ਕੀਤਾ ਵਾ ਟਾਸਕ 1 ਦੀ ਵਰਡ ਲਿਮਿਟ ਘੱਟ ਉਹਦੇ ਵਿੱਚ। ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਜੇ ਤੁਹਾਨੂੰ ਲੱਗਦਾ ਵਾ ਕਿ ਵਰਡ ਲਿਮਿਟ ਨਹੀਂ ਬਣ ਸਕਦੀ ਤਾਂ ਉਹਨੂੰ ਖਿੱਚ ਤੋਂ ਕੇ ਕਰਨਾ ਜਿੱਦਾਂ ਮਰਜ਼ੀ, ਐਟਲੀਸਟ 150 ਵਰਡ ਕਰਨੀ। सेंटेंस ਜਿਹੜੇ ਆ ਜ਼ਿਆਦਾ ਸਿੰਪਲ ਲਿਖੋ, ਕਨੈਕਟਰ ਦਾ ਯੂਜ਼ ਘੱਟ ਕਰ ਲਓ, ਬਟ 150 ਵਰਡ ਜਿਹੜੀ ਲਿਮਿਟ ਪੂਰੀ ਹੋਣੀ ਚਾਹੀਦੀ।